डियर स्टूडेंट्स, मेरे वालों सब नूं सत श्री अकाल। मैं परमवीर कौर साइंस टीचर तुहानू क्लास 10th दे टॉपिक्स करवा रही सी। तो बच्चों, आपां चैप्टर नंबर 8 जीव प्रजनन किवें करदे हन यानी हाउ टू ऑर्गेनिजम्स रीप्रोड्यूस स्टार्ट करना है। प्रजनन या रीप्रोडक्शन एक अजिहा लाइफ प्रोसैस है जिस दे राहीं कोई ऑर्गेनिज्म अपनी जनसंख्या नूं वधाउंदा है। तो बच्चों, इस चैप्टर दे विच आपां जानांगे कि वो किहड़ियां विधियां हन जिन्हां राहीं जीव प्रजनन करदे हन। बच्चों, चैप्टर दा पहला टॉपिक है कि जीव अपने आप दी पूर्ण नकल पैदा करदे हन। तो बच्चों, इस दुनिया ते कुछ जीव अजिहे हन जिहड़े अपनी पूर्ण नकल पैदा करदे हन, जिवें कि ਆਪਾਂ ਅਮੀਬਾ ਬਾਰੇ ਜਾਣਾਂਗੇ। ਪਰ ਕੁਝ ਜੀਵ ਅਜਿਹੇ ਹਨ ਜਿਹੜੇ ਆਪਣੀ ਪੂਰਨ ਨਕਲ ਨਹੀਂ ਪੈਦਾ ਕਰਦੇ, ਜਿਵੇਂ ਹਿਊਮਨ ਬੀਇੰਗਸ। ਆਪਣੇ ਬ੍ਰਦਰ ਸਿਸਟਰਸ ਦੇਖੋ ਕਿ ਆਪਣੇ ਸਾਰਿਆਂ ਦੀ ਸ਼ਕਲ ਇੱਕੋ ਜਿਹੀ ਹੈ? ਨਹੀਂ ਹੈ। ਇਸ ਦਾ ਕੀ ਕਾਰਨ ਹੈ ਉਹ ਆਪਾਂ ਹੁਣੇ ਜਾਣਦੇ ਹਾਂ। ਤਾਂ ਹਿਊਮਨ ਦੇ ਵਿੱਚ ਕਾਰਬਨ ਕਾਪੀਜ਼ ਨਹੀਂ ਬਣਦੀਆਂ। ਇਸ ਦਾ ਰੀਜ਼ਨ ਹੈ ਵੇਰੀਏਸ਼ਨ ਜਾਂ ਭਿੰਨਤਾਵਾਂ। ਤਾਂ ਬੱਚੋ, ਭਿੰਨਤਾ ਜਾਂ ਵੇਰੀਏਸ਼ਨ ਕੀ ਹੈਗੇ ਹੈ? ਕੁਝ ਚੇਂਜਿਸ ਜਿਹੜੇ ਕਿ ਆਪਣੇ DNA ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਆਪਾਂ ਵੇਰੀਏਸ਼ਨ ਜਾਂ ਭਿੰਨਤਾ ਕਹਿੰਦੇ ਹਾਂ। ਉਹ ਚੇਂਜਿਸ ਬਾਏ ਬਰਥ ਵੀ ਹੋ ਸਕਦੇ ਹੈ ਐਂਡ ਕੁਝ ਚੇਂਜਿਸ ਆਪਾਂ ਆਪਣੀ ਲਾਈਫ ਟਾਈਮ ਦੇ ਵਿੱਚ ਅਚੀਵ ਕਰਦੇ ਹਾਂ। ਤਾਂ ਭਿੰਨਤਾਵਾਂ ਦੇ ਕਾਰਨ ਆਪਾਂ ਆਪਣੇ ਪੇਰੈਂਟ ਦੀ ਕਾਰਬਨ ਕਾਪੀਜ਼ ਨਹੀਂ ਹੁੰਦੇ। ਵੇਰੀਏਸ਼ਨ ਜਾਂ ਭਿੰਨਤਾ ਆਉਣਾ ਹਰ ਜੀਵ ਦੇ ਵਿੱਚ ਸੰਭਵ ਨਹੀਂ ਹੁੰਦਾ। ਇਹ ਸਿਰਫ ਉਹਨਾਂ ਜੀਵਾਂ ਦੇ ਵਿੱਚ ਸੰਭਵ ਹੈ ਜਿਨ੍ਹਾਂ ਦੇ ਵਿੱਚ ਲਿੰਗੀ ਪ੍ਰਜਨਨ ਯਾਨੀ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ। ਅਲਿੰਗੀ ਪ੍ਰਜਨਨ ਵਾਲੇ ਜੀਵਾਂ ਦੇ ਵਿੱਚ ਭਿੰਨਤਾ ਆਉਣੀ ਜਾਂ ਵੇਰੀਏਸ਼ਨ ਆਉਣੀ ਸੰਭਵ ਨਹੀਂ ਹੈ। ਤਾਂ ਬੱਚੋ, ਹੁਣ ਆਪਾਂ ਕੁਝ ਵਿਧੀਆਂ ਬਾਰੇ ਜਾਣਾਂਗੇ ਜਿਨ੍ਹਾਂ ਦੇ ਰਾਹੀਂ ਪ੍ਰਜਨਨ ਹੁੰਦਾ ਹੈ। ਮੋਡਸ ਆਫ ਰੀਪਰੋਡਕਸ਼ਨ ਇਨ ਸਿੰਗਲ ਆਰਗੈਨਿਜ਼ਮ ਯਾਨੀ ਕਿ ਉਹ ਰੀਪਰੋਡਕਸ਼ਨ ਜਿਸ ਦੇ ਵਿੱਚ ਇੱਕ ਪੇਰੈਂਟ ਇਨਵੋਲਵਡ ਹੁੰਦਾ ਹੈ। ਤਾਂ ਬੱਚੋ, ਹੁਣ ਆਪਾਂ ਕੁਝ ਵਿਧੀਆਂ ਬਾਰੇ ਜਾਣਾਂਗੇ ਜਿਨ੍ਹਾਂ ਦੇ ਵਿੱਚ ਇਕੱਲੇ ਪੇਰੈਂਟ ਦੁਆਰਾ ਸੰਤਾਨ ਪੈਦਾ ਕੀਤੀ ਜਾਂਦੀ ਹੈ। ਸਭ ਤੋਂ ਪਹਿਲੀ ਵਿਧੀ ਹੈ ਵਿਖੰਡਨ ਵਿਧੀ ਜਾਂ ਫਿਜ਼ਨ। ਇਸ ਦੇ ਵਿੱਚ ਸਿੰਗਲ ਸੈਲਡ ਆਰਗੈਨਿਜ਼ਮਸ ਯਾਨੀ ਕਿ ਯੂਨੀਸੈਲੂਲਰ ਆਰਗੈਨਿਜ਼ਮਸ ਦੇ ਵਿੱਚ ਸੈੱਲ ਦੀ ਵੰਡ ਹੁੰਦੀ ਹੈ। ਯਾਨੀ ਇੱਕ ਸੈਲੀ ਜੀਵਾਂ ਵਿੱਚ ਸੈੱਲ ਵੰਡ ਜਾਂ ਵਿਖੰਡਨ ਦੁਆਰਾ ਨਵੇਂ ਜੀਵਾਂ ਦੀ ਉਤਪਤੀ ਹੁੰਦੀ ਹੈ। ਤਾਂ ਬੱਚੋ, ਇੱਕ ਸਿੰਗਲ ਸੈੱਲ ਤੋਂ ਡਿਵਾਈਡ ਹੋ ਕੇ ਉਸ ਦੇ ਡਾਟਰ ਸੈੱਲਸ ਬਣ ਜਾਂਦੇ ਹਨ। ਇਸ ਨੂੰ ਆਪਾਂ ਫਿਜ਼ਨ ਜਾਂ ਵਿਖੰਡਨ ਵਿਧੀ ਕਹਿੰਦੇ ਹਾਂ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਦੋ ਖੰਡਨ ਅਤੇ ਬਹੁ ਖੰਡਨ ਯਾਨੀ ਬਾਈਨਰੀ ਫਿਜ਼ਨ ਐਂਡ ਮਲਟੀਪਲ ਫਿਜ਼ਨ। ਹੁਣ ਆਪਾਂ ਬਾਈਨਰੀ ਫਿਜ਼ਨ ਬਾਰੇ ਜਾਣਦੇ ਹਾਂ। ਬੱਚੋ, ਬਾਈਨਰੀ ਫਿਜ਼ਨ ਜਾਂ ਦੋ ਖੰਡਨ, ਦੋ ਜਾਂ ਬਾਈਨਰੀ ਵਰਡ ਦਾ ਮੀਨਿੰਗ ਹੈ 2। ਤਾਂ ਇੱਕ ਪੇਰੈਂਟ ਡਿਵਾਈਡ ਹੋ ਕੇ ਜਦੋਂ ਦੋ ਡਾਟਰ ਸੈੱਲਸ ਬਣਾਉਂਦਾ ਹੈ, ਉਸ ਨੂੰ ਆਪਾਂ ਬਾਈਨਰੀ ਫਿਜ਼ਨ ਜਾਂ ਦੋ ਖੰਡਨ ਵਿਧੀ ਕਹਿੰਦੇ ਹਾਂ। ਤੁਸੀਂ ਅਮੀਬਾ ਦੀ ਡਾਇਗਰਾਮ ਦੇਖ ਸਕਦੇ ਹੋ। ਸਿੰਗਲ ਸੈੱਲ ਪੇਰੈਂਟ ਤੋਂ ਡਿਵਾਈਡ ਹੋ ਕੇ ਦੋ ਡਾਟਰ ਸੈੱਲਸ ਬਣੇ। ਸਭ ਤੋਂ ਪਹਿਲਾਂ ਅਮੀਬਾ ਦਾ ਨਿਊਕਲੀਅਸ ਵਧਣਾ ਸ਼ੁਰੂ ਹੋ ਜਾਂਦਾ ਹੈ। ਨਿਊਕਲੀਅਰ ਡਿਵੀਜ਼ਨ ਤੋਂ ਬਾਅਦ ਯਾਨੀ ਕਿ ਕੇਂਦਰਕ ਦੀ ਡਿਵੀਜ਼ਨ ਹੋਣ ਤੋਂ ਬਾਅਦ ਉਸ ਦੀ ਬੋਡੀ ਡਿਵਾਈਡ ਹੋ ਜਾਂਦੀ ਹੈ ਐਂਡ ਇੱਕ ਸਿੰਗਲ ਅਮੀਬਾ ਤੋਂ ਦੋ ਡਾਟਰ ਸੈੱਲਸ ਬਣ ਜਾਂਦੇ ਹਨ। ਤਾਂ ਇਹ ਬਾਈਨਰੀ ਫਿਜ਼ਨ ਜਾਂ ਦੋ ਖੰਡਨ ਵਿਧੀ ਹੈ। ਦੋ ਖੰਡਨ ਵਿਧੀ ਯਾਨੀ ਇਸ ਦੇ ਵਿੱਚ ਇੱਕ ਪੇਰੈਂਟ ਡਿਵਾਈਡ ਹੋ ਕੇ ਦੋ ਡਾਟਰ ਸੈੱਲਸ ਬਣਾਉਂਦਾ ਹੈ ਐਂਡ ਇਸ ਦੀ ਐਗਜ਼ਾਮਪਲ ਹੈ ਅਮੀਬਾ। ਬਹੁ ਖੰਡਨ ਜਾਂ ਮਲਟੀਪਲ ਫਿਜ਼ਨ। ਬਹੁ ਜਾਂ ਮਲਟੀਪਲ ਵਰਡ ਦਾ ਮੀਨਿੰਗ ਹੈ ਬਹੁਤ ਸਾਰੇ। ਤਾਂ ਬੱਚੋ, ਜਦੋਂ ਵੀ ਇੱਕ ਪੇਰੈਂਟ ਡਿਵਾਈਡ ਹੋ ਕੇ ਬਹੁਤ ਸਾਰੇ ਡਾਟਰ ਸੈੱਲਸ ਦੇ ਵਿੱਚ ਬਣਦਾ ਹੈ, ਉਸ ਨੂੰ ਆਪਾਂ ਬਹੁ ਖੰਡਨ ਵਿਧੀ ਜਾਂ ਮਲਟੀਪਲ ਫਿਜ਼ਨ ਕਹਿੰਦੇ ਹਾਂ। ਇਸ ਦੀ ਐਗਜ਼ਾਮਪਲ ਹੈ ਪਲਾਜ਼ਮੋਡੀਅਮ ਲੈਸ਼ਮੇਨੀਆ। ਤਾਂ ਬੱਚੋ, ਪਲਾਜ਼ਮੋਡੀਅਮ ਅਤੇ ਲੈਸ਼ਮੇਨੀਆ ਵਰਗੇ ਜੀਵਾਂ ਵਿੱਚ ਬਹੁ ਖੰਡਨ ਵਿਧੀ ਰਾਹੀਂ ਪ੍ਰਜਨਨ ਹੁੰਦਾ ਹੈ। ਤੁਸੀਂ ਸਾਰਿਆਂ ਨੇ ਮਲੇਰੀਆ ਬਾਰੇ ਸੁਣਿਆ ਹੋਵੇਗਾ। ਮਲੇਰੀਆ ਪਲਾਜ਼ਮੋਡੀਅਮ ਦੇ ਕਾਰਨ ਫੈਲਦਾ ਹੈ।
ਤਾਂ ਬੱਚੋ ਫਿਜ਼ਨ ਉਹ ਪ੍ਰੋਸੈਸ ਹੈ ਜਿਸ ਦੇ ਵਿੱਚ ਇੱਕ ਸੈੱਲ ਡਿਵਾਈਡ ਹੋ ਕੇ ਦੋ ਜਾਂ ਦੋ ਤੋਂ ਵੱਧ ਡਾਟਰ ਸੈੱਲਸ ਦੇ ਵਿੱਚ ਬਦਲ ਜਾਂਦਾ ਹੈ। ਇਸ ਦੇ ਵਿੱਚ ਆਪਾਂ ਬਾਈਨਰੀ ਫਿਜ਼ਨ ਐਗਜ਼ਾਮਪਲ ਅਮੀਬਾ ਐਂਡ ਮਲਟੀਪਲ ਫਿਜ਼ਨ ਯਾਨੀ ਕਿ ਪਲਾਜ਼ਮੋਡੀਅਮ ਬਾਰੇ ਜਾਣਿਆ ਹੈ। ਨੈਕਸਟ ਵਿਧੀ ਹੈ ਖੰਡ ਕਰਨਾ ਜਾਂ ਫਰੈਗਮੈਂਟੇਸ਼ਨ। ਤਾਂ ਬੱਚੋ ਇਹ ਸਪਾਇਰੋਗਾਇਰਾ ਦੇ ਵਿੱਚ ਹੁੰਦੀ ਹੈ। ਸਪਾਇਰੋਗਾਇਰਾ ਇੱਕ ਸਿੰਪਲ ਮਲਟੀਸੈਲੂਲਰ ਆਰਗੈਨਿਜ਼ਮ ਹੈ ਯਾਨੀ ਕਿ ਇੱਕ ਸਰਲ ਬਹੁਤ ਸੈਲੀ ਜੀਵ ਹੈ। ਤਾਂ ਬੱਚੋ ਸਪਾਇਰੋਗਾਇਰਾ ਦੀ ਡਾਇਗਰਾਮ ਤੁਸੀਂ ਦੇਖ ਸਕਦੇ ਹੋ। ਇਹ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਖੰਡਿਤ ਹੋ ਜਾਂਦਾ ਹੈ। ਉਸ ਤੋਂ ਬਾਅਦ ਇਸ ਦੇ ਹਰ ਟੁਕੜਾ ਨਵੇਂ ਜੀਵ ਦਾ ਨਿਰਮਾਣ ਕਰਦਾ ਹੈ ਯਾਨੀ ਕਿ ਇਹ ਫਰੈਗਮੈਂਟਸ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਐਂਡ ਹਰ ਫਰੈਗਮੈਂਟ ਤੋਂ ਇੱਕ ਨਿਊ ਇੰਡੀਵਿਜੂਅਲ ਬਣ ਜਾਂਦਾ ਹੈ। ਤਾਂ ਇਸ ਟੈਕਨੀਕ ਨੂੰ ਆਪਾਂ ਫਰੈਗਮੈਂਟੇਸ਼ਨ ਟੈਕਨੀਕ ਕਹਿੰਦੇ ਹਾਂ ਜਾਂ ਖੰਡ ਕਰਨਾ ਵਿਧੀ ਕਹਿੰਦੇ ਹਾਂ। ਤਾਂ ਬੱਚੋ ਸਪਾਇਰੋਗਾਇਰਾ ਵਰਗੇ ਜੀਵ ਖੰਡ ਕਰਨਾ ਵਿਧੀ ਰਾਹੀਂ ਪ੍ਰਜਨਨ ਕਰਦੇ ਹਨ। ਸਪਾਇਰੋਗਾਇਰਾ ਖੰਡਿਤ ਹੋ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇਹ ਟੁਕੜੇ ਜਾਂ ਖੰਡ ਵਾਧਾ ਕਰਕੇ ਨਵੇਂ ਜੀਵ ਵਿਕਸਿਤ ਕਰਦੇ ਹਨ। ਤੀਸਰੀ ਵਿਧੀ ਹੈ ਪੁਨਰਜਨਨ ਜਾਂ ਰੀਜਨਰੇਸ਼ਨ। ਸਰੀਰ ਦੇ ਕਿਸੇ ਵੀ ਟੁਕੜੇ ਤੋਂ ਨਵੇਂ ਜੀਵ ਦਾ ਨਿਰਮਾਣ ਹੋਣਾ ਪੁਨਰਜਨਨ ਕਹਾਉਂਦਾ ਹੈ। ਇਸ ਵਿਧੀ ਰਾਹੀਂ ਪਲੈਨੇਰੀਆ ਅਤੇ ਹਾਈਡਰਾ ਪ੍ਰਜਨਨ ਕਰਦੇ ਹਨ। ਤਾਂ ਬੱਚੋ ਤੁਸੀਂ ਡਾਇਗਰਾਮ ਦੇਖ ਸਕਦੇ ਹੋ ਕਿ ਪਲੈਨੇਰੀਆ ਦੇ ਵਿੱਚ ਅਗਰ ਪਲੈਨੇਰੀਆ ਨੂੰ 3 ਹਿੱਸਿਆਂ ਦੇ ਵਿੱਚ ਕੱਟ ਦਿੱਤਾ ਜਾਏ ਤਾਂ ਹਰ ਹਿੱਸੇ ਤੋਂ ਇੱਕ ਨਵਾਂ ਜੀਵ ਬਣ ਜਾਂਦਾ ਹੈ। ਉਸੇ ਤਰ੍ਹਾਂ ਅਗਰ ਹਾਈਡਰਾ ਦੇ ਕੁਝ ਪਾਰਟਸ ਕਰ ਦਿੱਤੇ ਜਾਣ ਤਾਂ ਹਾਈਡਰਾ ਦਾ ਹਰ ਪਾਰਟ ਨਵੇਂ ਹਾਈਡਰਾ ਦੇ ਵਿੱਚ ਡਿਵੈਲਪ ਹੋ ਜਾਂਦਾ ਹੈ। ਇਸ ਦੀ ਐਗਜ਼ਾਮਪਲ ਹੈ ਪਲੈਨੇਰੀਆ ਐਂਡ ਹਾਈਡਰਾ। ਤਾਂ ਬੱਚੋ ਰੀਜਨਰੇਸ਼ਨ ਜਾਂ ਪੁਨਰਜਨਨ ਦੇ ਵਿੱਚ ਅਗਰ ਆਪਾਂ ਪੇਰੈਂਟ ਨੂੰ ਕੱਟ ਦਈਏ ਤਾਂ ਹਰ ਹਿੱਸੇ ਦੇ ਜਾਂ ਹਰ ਟੁਕੜੇ ਤੋਂ ਇੱਕ ਨਵੇਂ ਜੀਵ ਦਾ ਨਿਰਮਾਣ ਹੋ ਜਾਂਦਾ ਹੈ। ਤਾਂ ਬੱਚੋ ਅੱਜ ਆਪਾਂ ਇਕੱਲੇ ਜੀਵਾਂ ਵਿੱਚ ਪ੍ਰਜਨਨ ਦੀਆਂ 3 ਵਿਧੀਆਂ ਬਾਰੇ ਜਾਣ ਚੁੱਕੇ ਹਾਂ। ਤਾਂ ਬੱਚੋ 4th ਵਿਧੀ ਹੈ ਬਡਿੰਗ। ਤਾਂ ਬਡਿੰਗ ਦੇ ਵਿੱਚ ਇੱਕ ਛੋਟੀ ਜਿਹੀ ਬਡ ਪੇਰੈਂਟ ਦੀ ਬੋਡੀ ਦੇ ਉੱਪਰ ਬਣ ਜਾਂਦੀ ਹੈ। ਥੋੜ੍ਹੇ ਟਾਈਮ ਬਾਅਦ ਉਹ ਬਡ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਐਂਡ ਕੁਝ ਸਮੇਂ ਬਾਅਦ ਉਹ ਬਡ ਪ੍ਰੋਪਰਲੀ ਡਿਵੈਲਪ ਹੋ ਜਾਂਦੀ ਹੈ ਯਾਨੀ ਪੂਰੀ ਵਿਕਸਿਤ ਹੋ ਜਾਂਦੀ ਹੈ। ਐਂਡ ਜਦੋਂ ਬਡ ਪੂਰੀ ਵਿਕਸਿਤ ਹੋ ਜਾਂਦੀ ਹੈ ਤਾਂ ਉਹ ਬਡ ਜਾਂ ਤਾਂ ਪੇਰੈਂਟ ਦੀ ਬੋਡੀ ਤੋਂ ਅਲੱਗ ਹੋ ਜਾਂਦੀ ਹੈ ਜਿਵੇਂ ਹਾਈਡਰਾ ਦੇ ਵਿੱਚ ਹੁੰਦਾ ਹੈ ਜਾਂ ਫਿਰ ਉਹ ਪੇਰੈਂਟ ਦੀ ਬੋਡੀ ਦੇ ਉੱਪਰ ਹੀ ਲੱਗੀ ਰਹਿੰਦੀ ਹੈ ਜਿਵੇਂ ਕਿ ਯੀਸਟ ਦੇ ਵਿੱਚ ਹੁੰਦਾ ਹੈ। ਤਾਂ ਬੱਚੋ ਇਸ ਦੀ ਐਗਜ਼ਾਮਪਲ ਹੈ ਹਾਈਡਰਾ ਐਂਡ ਯੀਸਟ। ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਹਾਈਡਰਾ ਦੀ ਕਿਸ ਤਰ੍ਹਾਂ ਇੱਕ ਬਡ ਬਣੀ ਹੈ, ਫਿਰ ਉਹ ਡਿਵੈਲਪ ਹੋ ਜਾਂਦੀ ਹੈ ਐਂਡ ਪ੍ਰੋਪਰਲੀ ਇੱਕ ਵੱਡੇ ਹਾਈਡਰਾ ਦੀ ਤਰ੍ਹਾਂ ਦਿਖਣ ਲੱਗ ਜਾਂਦੀ ਹੈ ਐਂਡ ਜਦੋਂ ਪੂਰੀ ਡਿਵੈਲਪ ਹੋ ਜਾਂਦੀ ਹੈ ਉਹ ਆਪਣੇ ਪੇਰੈਂਟ ਬੋਡੀ ਤੋਂ ਅਲੱਗ ਹੋ ਜਾਂਦੀ ਹੈ। ਉਸੇ ਤਰ੍ਹਾਂ ਯੀਸਟ ਦੇ ਵਿੱਚ ਬਰਡਸ ਬਣਦੀਆਂ ਹਨ। ਬਰਡਸ ਜਾਂ ਤਾਂ ਯੀਸਟ ਦੇ ਨਾਲ ਹੀ ਅਟੈਚ ਰਹਿੰਦੀਆਂ ਹਨ ਜਾਂ ਉਸ ਤੋਂ ਅਲੱਗ ਹੋ ਜਾਂਦੀਆਂ ਹਨ। ਤਾਂ ਬੱਚੋ ਇਸ ਵਿਧੀ ਵਿੱਚ ਪੇਰੈਂਟ ਦੇ ਸਰੀਰ ਦੇ ਉੱਪਰ ਇੱਕ ਬਡ ਬਣਦੀ ਹੈ। ਕੁਝ ਸਮੇਂ ਬਾਅਦ ਉਹ ਬਡ ਵਿਕਸਿਤ ਹੁੰਦੀ ਜਾਂਦੀ ਹੈ ਅਤੇ ਨਵੇਂ ਜੀਵ ਦਾ ਨਿਰਮਾਣ ਕਰਦੀ ਹੈ। ਉਦਾਹਰਨ ਹਾਈਡਰਾ ਅਤੇ ਯੀਸਟ। ਇਹਨਾਂ ਸਾਰੀਆਂ ਵਿਧੀਆਂ ਵਿੱਚ ਸਿਰਫ ਇੱਕ ਹੀ ਪੇਰੈਂਟ ਹੁੰਦਾ ਹੈ। ਇਸ ਲਈ ਇਹਨਾਂ ਸਾਰੀਆਂ ਵਿਧੀਆਂ ਨੂੰ ਆਪਾਂ ਅਲਿੰਗੀ ਪ੍ਰਜਨਨ ਜਾਂ ਏਸੈਕਸ਼ੂਅਲ ਰੀਪਰੋਡਕਸ਼ਨ ਕਹਿੰਦੇ ਹਾਂ। ਤਾਂ ਬੱਚੋ ਅੱਜ ਆਪਾਂ 4 ਵਿਧੀਆਂ ਬਾਰੇ ਜਾਣਿਆ ਹੈ। ਸਭ ਤੋਂ ਪਹਿਲਾਂ ਵਿਖੰਡਨ ਵਿਧੀ ਜਾਂ ਫਿਜ਼ਨ, ਜਿਸ ਦੇ ਵਿੱਚ 2 ਵਿਧੀਆਂ ਹਨ, ਬਾਈਨਰੀ ਫਿਜ਼ਨ ਯਾਨੀ ਕਿ 2 ਖੰਡਨ ਐਂਡ ਮਲਟੀਪਲ ਫਿਜ਼ਨ ਯਾਨੀ ਕਿ ਬਹੁ ਖੰਡਨ ਐਗਜ਼ਾਮਪਲ ਪਲਾਜ਼ਮੋਡੀਅਮ। ਸੈਕਿੰਡ ਵਿਧੀ ਹੈ ਫਰੈਗਮੈਂਟੇਸ਼ਨ ਜਾਂ ਖੰਡ ਕਰਨਾ ਐਗਜ਼ਾਮਪਲ ਸਪਾਇਰੋਗਾਇਰਾ। ਥਰਡ ਪੁਨਰਜਨਨ ਜਾਂ ਰੀਜਨਰੇਸ਼ਨ ਐਗਜ਼ਾਮਪਲ ਪਲੈਨੇਰੀਆ ਐਂਡ ਹਾਈਡਰਾ। ਐਂਡ ਲਾਸਟ 'ਤੇ ਆਪਾਂ ਜਾਣਿਆ ਹੈ ਬਡਿੰਗ ਬਾਰੇ ਜਿਹੜੀ ਕਿ ਹਾਈਡਰਾ ਐਂਡ ਯੀਸਟ ਵਿੱਚ ਹੁੰਦੀ ਹੈ। ਸੋ ਸਟੂਡੈਂਟਸ ਇਹ ਸਾਰੀਆਂ ਏਸੈਕਸ਼ੂਅਲ ਰੀਪਰੋਡਕਸ਼ਨ ਯਾਨੀ ਕਿ ਅਲਿੰਗੀ ਪ੍ਰਜਨਨ ਦੀਆਂ ਟੈਕਨੀਕਸ ਹਨ
ਤਾਂ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਕਲੀਅਰ ਹੋ ਗਿਆ ਹੋਵੇਗਾ। ਅਗਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਕੁਐਸਚਨ ਤੁਸੀਂ ਪਾ ਸਕਦੇ ਹੋ। ਜਿਨ੍ਹਾਂ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਸਾਰੀਆਂ ਪਿਛਲੀਆਂ ਵੀਡੀਓਜ਼ ਅਵੇਲੇਬਲ ਹੋ ਜਾਣ। ਥੈਂਕ ਯੂ।